ਮਨਪ੍ਰੀਤ ਜੀ, ਅੱਜ ਕੈਨੇਡਾ ਦੇ ਵਿੱਚ ਹਾਊਸ ਆਫ ਕਾਮਨਸ ਦਾ ਸੈਸ਼ਨ ਸ਼ੁਰੂ ਹੋਇਆ ਤੇ ਤੁਸੀਂ ਉਹ ਖਬਰ ਸੁਣੀ ਹੈ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਹ ਹੁਣ ਦੋਸ਼ ਲਗਾਇਆ ਕਿ ਕੈਨੇਡੀਅਨ ਸਿਕਿਉਰਿਟੀ ਏਜੰਸੀਜ਼ ਦੇ ਕੋਲ ਉਹ ਕਹਿ ਰਹੇ ਨੇ ਕਿ ਕ੍ਰੈਡੀਬਲ ਐਵੀਡੈਂਸ ਹੈ ਕਿ ਹਰਦੀਪ ਸਿੰਘ ਨਿੱਜਰ ਦਾ ਜੋ ਸਰੀ ਵਿੱਚ ਕਤਲ ਹੋਇਆ ਉਹਦੇ ਵਿੱਚ ਭਾਰਤੀ ਸਰਕਾਰ ਦੇ ਏਜੰਟਸ ਦਾ ਹੱਥ ਰਿਹਾ ਹੋ ਸਕਦਾ ਹੈ। ਹੁਣ ਇਹਨੂੰ ਲੈ ਕੇ ਕੈਨੇਡੀਅਨ ਸਰਕਾਰ ਵੱਲੋਂ ਭਾਰਤੀ ਸਰਕਾਰ ਵੱਲੋਂ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਵੱਲੋਂ ਇੱਕ ਰਿਲੀਜ਼ ਵੀ ਜਾਰੀ ਕੀਤਾ ਗਿਆ। ਭਾਰਤੀ ਸਰਕਾਰ ਹੁਣ ਕੀ ਕਹਿ ਰਹੀ ਹੈ ਜੀ? देखो इस तरह है वासु जी कि ये गल्लां आम लोकां ਦੀਆਂ ਚਰਚਾ ਦਾ ਵਿਸ਼ਾ ਤਾਂ ਜ਼ਰੂਰ ਬਣੀਆਂ ਹੋਈਆਂ ਸੀ ਪਰ ਅਧਿਕਾਰਿਕ ਤੌਰ ਤੇ ਇਸ ਤਰ੍ਹਾਂ ਦੀ ਕਦੇ ਗੱਲ ਨਹੀਂ ਸੀ ਕੀਤੀ। ਤੁਸੀਂ ਵਾਸੂ ਜੀ ਇੱਕ ਚੀਜ਼ ਦੇਖੋ, ਸਭ ਤੋਂ ਪਹਿਲਾਂ ਆਪਾਂ ਚੱਲਦੇ ਹਾਂ ਇਸ ਗੱਲ ਤੇ ਵੀ ਆਵਾਂਗੇ ਕਿ ਅਕਸਰ ਕੈਨੇਡੀਅਨ ਗਵਰਨਮੈਂਟ ਜਾਂ ਉੱਥੋਂ ਦੀ ਜਿਹੜੀ ਫੈਡਰਲ ਸਰਕਾਰ ਆ ਉਹ ਇਹ ਗੱਲ ਹਮੇਸ਼ਾ ਤੋਂ ਇਲਜ਼ਾਮ ਲਾਉਂਦੀ ਸੀ ਕਿ ਜਿਹੜੀਆਂ ਭਾਰਤ ਦੀਆਂ ਏਜੰਸੀਜ਼ ਨੇ ਉਹ ਉੱਥੋਂ ਦੀਆਂ ਇਲੈਕਸ਼ਨਸ ਦੇ ਵਿੱਚ ਇੰਟਰਫੀਅਰ ਕਰਦੀਆਂ ਨੇ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਖੁਦ ਉੱਥੋਂ ਦੇ ਡਿਫੈਂਸ ਮਿਨਿਸਟਰ ਹੁੰਦੇ ਸੀ ਹਰਜੀਤ ਸਿੰਘ ਸੱਜਣ। ਇੱਕ ਵਾਰੀ ਖੁਦ ਉਹਨਾਂ ਦੇ ਨਾਲ ਗੱਲਬਾਤ ਹੋਈ ਤੇ ਉਹਨਾਂ ਨੇ ਇਸ ਗੱਲ ਦਾ ਖੁਲਾਸਾ ਕੀਤਾ ਪਰ ਇਹਨੂੰ ਐਲੈਬੋਰੇਟ ਨਹੀਂ ਕੀਤਾ। ਪਬਲਿਕ ਸੇਫਟੀ ਮਿਨਿਸਟਰ ਹੁੰਦੇ ਸੀ ਬਿਲ ਬਲੇਅਰ, ਉਹਨਾਂ ਨੇ ਵੀ ਇਸ ਗੱਲ ਦਾ ਖੁਲਾਸਾ ਕੀਤਾ ਸੀ ਤੇ ਉਹਨਾਂ ਨੇ ਇਹਨੂੰ ਜ਼ਿਆਦਾ ਐਲੈਬੋਰੇਟ ਨਹੀਂ ਕੀਤਾ। ਬਾਰ-ਬਾਰ ਇਹ ਗੱਲਾਂ ਉੱਠਦੀਆਂ ਆ ਰਹੀਆਂ ਸੀ ਪਰ ਇਸ ਗੱਲ ਨੂੰ ਭਾਰਤ ਨੇ ਨਾ ਤਾਂ ਇਸ ਉੱਤੇ ਕਦੇ ਚਰਚਾ ਹੋਈ, ਲੇਕਿਨ ਜਿਹੜੇ ਹੁਣ ਇਸ ਗੱਲ ਨੂੰ ਜਿਸ ਤਰ੍ਹਾਂ ਤੁਸੀਂ ਵੀ ਦੱਸਿਆ ਹਾਊਸ ਆਫ ਕਾਮਨਸ ਦੇ ਵਿੱਚ ਜਸਟਿਨ ਟਰੂਡੋ ਵੱਲੋਂ ਉਸ ਵਕਤ ਲੈ ਕੇ ਆਂਦਾ ਗਿਆ ਜਿਸ ਵਕਤ ਭਾਰਤ ਦੇ ਔਰ ਕੈਨੇਡਾ ਦੇ ਰਿਲੇਸ਼ਨਸ ਬਿਲਕੁਲ ਨਿਚਲੇ ਜਾਂ ਥੱਲੜੇ ਪੱਧਰ ਤੇ ਨੇ। ਔਰ ਇਹ ਗੱਲ ਉਹਨਾਂ ਨੇ ਆਪਣੇ ਜਿਹੜੇ ਆਪੋਜੀਸ਼ਨ ਦੇ ਲੀਡਰ ਨੇ ਉੱਥੇ ਦੇ PR ਪੋਲੀਅਬਾ ਉਹਨਾਂ ਦੇ ਨਾਲ ਵੀ ਉਹਨਾਂ ਨੇ ਡਿਸਕਸ ਕੀਤੇ। ਔਰ ਤੁਸੀਂ ਦੇਖੋ ਇਹ 'ਚ ਜਿਹੜੀ ਸਭ ਤੋਂ ਵੱਡੀ ਗੱਲ ਹੋਈ ਆ ਇਹ ਗੱਲ ਕਹਿ ਦੇਣਾ ਕਿ ਠੀਕ ਹੈ ਕਿ ਇੱਥੇ ਜਿਹੜੀਆਂ ਏਜੰਸੀਜ਼ ਨੇ ਭਾਰਤ ਦੀਆਂ ਉਹ ਇੰਟਰਫੇਅਰ ਕਰਦੀਆਂ ਨੇ ਔਰ ਇੱਥੋਂ ਤੱਕ ਇੰਟਰਫੇਅਰ ਕਰਦੀਆਂ ਨੇ ਕਿ ਸਾਡੇ ਮੁਲਕ ਦਾ ਇੱਕ ਨਾਗਰਿਕ ਉਹਦਾ ਕਤਲ ਹੋ ਗਿਆ। ਔਰ ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਦੇ ਸਬੂਤ ਵੀ ਮੰਗੇ ਜਾਣਗੇ ਔਰ ਜ਼ਰੂਰ ਜਸਟਿਨ ਟਰੂਡੋ ਕੋਲੇ ਇਸ ਦਾ ਕਿਸੇ ਨਾ ਕਿਸੇ ਤਰ੍ਹਾਂ ਦਾ ਕੋਈ ਐਵੀਡੈਂਸ ਜਾਂ ਬੈਕਿੰਗ ਜ਼ਰੂਰ ਹੋਏਗੀ। ਇਹਨਾਂ ਦੀਆਂ ਆਪਣੀ ਏਜੰਸੀਜ਼ ਨੇ ਦੱਸਿਆ ਹੋਏਗਾ ਕਿ ਕਿਸ ਤਰ੍ਹਾਂ ਦਾ ਰੋਲ ਰਿਹਾ। ਪਰ ਹੁਣ ਤੁਸੀਂ ਦੇਖੋ ਕਿ ਇਸ ਮਾਮਲੇ ਦੀ ਜਿਹੜੀ ਇੰਟਰਨੈਸ਼ਨਲ ਰੈਮੀਫਿਕੇਸ਼ਨ ਇਹਦੀ ਇਸ ਮਾਮਲੇ ਦੀ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਬਹੁਤ ਜ਼ਿਆਦਾ ਹੋ ਜਾਣੀ ਆ। ਕਾਰਨ ਇਹ ਆ ਕਿ ਉੱਥੋਂ ਦੇ ਜਿਹੜੇ ਫੋਰਨ ਮਿਨਿਸਟਰ ਨੇ ਮੈਲਨੀ ਜੋਲੀ, ਉਹਨਾਂ ਨੇ ਆਲਰੇਡੀ ਕਹਿਤਾ ਕਿ ਅਸੀਂ ਇਸ ਮਸਲੇ ਨੂੰ ਯੂਨਾਈਟਿਡ ਨੇਸ਼ਨਸ ਦੇ ਵਿੱਚ ਲੈ ਕੇ ਜਾਵਾਂਗੇ। ਔਰ ਇਸ ਤੋਂ ਇਲਾਵਾ ਉਹਨਾਂ ਨੇ ਫਰਾਂਸ ਦੇ ਪ੍ਰੈਜ਼ੀਡੈਂਟ ਇਮੈਨੂਅਲ ਮੈਕਰੋਨ ਹੋਣ, ਚਾਹੇ US ਦੇ ਪ੍ਰੈਜ਼ੀਡੈਂਟ ਜੋ ਬਾਈਡਨ ਹੋਣ ਤੇ ਚਾਹੇ UK ਦੇ ਪ੍ਰਾਈਮ ਮਿਨਿਸਟਰ ਰਿਸ਼ੀ ਸੁਨਕ, ਉਹਨਾਂ ਦੇ ਨਾਲ ਆਲਰੇਡੀ ਗੱਲ ਕਰ ਲਈ ਆ। ਔਰ ਕਹਿੰਦੇ G7 ਦੇ ਵਿੱਚ G7 ਦੇ ਜਿਹੜੇ ਹੋਰ ਮੈਂਬਰ ਰਹਿ ਗਏ ਨੇ ਜਿਸ ਤਰ੍ਹਾਂ ਜਰਮਨੀ ਹੈ, ਇਟਲੀ ਹੈ, ਜਾਪਾਨ ਹੈ, ਅਸੀਂ ਉਹਨਾਂ ਦੇ ਨਾਲ ਵੀ ਗੱਲ ਕਰਾਂਗੇ। ਸੋ ਤੁਸੀਂ ਆਪ ਸਮਝ ਸਕਦੇ ਹੋ ਕਿ ਇਹਦੀਆਂ ਕਿੰਨੀਆਂ ਇੰਟਰਨੈਸ਼ਨਲ ਰੈਮੀਫਿਕੇਸ਼ਨਸ ਹੋਣਗੀਆਂ। ਇਹਦੇ ਵਿੱਚ ਇੱਕ ਚੀਜ਼ ਹੋਰ ਦੇਖੋ ਕਿ ਮੈਲਨੀ ਜੋਲੀ ਨੇ ਇੱਕ ਡਿਪਲੋਮੈਟ ਨੂੰ ਐਕਸਪੈਲ ਕਰਤਾ ਜਿਹੜਾ ਭਾਰਤ ਦਾ ਡਿਪਲੋਮੈਟ ਸੀ ਜਿਹਦਾ ਨਾਮ ਹੈ ਪਵਨ ਕੁਮਾਰ ਰਾਏ, 1997 ਬੈਚ ਦਾ। ਵੈਸੇ ਇਹ IPS ਅਫਸਰ ਸੀ, ਜਲੰਧਰ ਵੀ ਪੋਸਟਡ ਰਿਹਾ ਔਰ ਉਸ ਤੋਂ ਬਾਅਦ ਇਹ ਡੈਪੂਟੇਸ਼ਨ ਤੇ ਸੀ ਉੱਥੇ ਐਜ਼ ਅ ਡਿਪਲੋਮੈਟ। ਇਸ ਨੂੰ ਐਕਸਪੈਲ ਕਰ ਦਿੱਤਾ ਐਜ਼ ਅ ਜੁਆਇੰਟ ਸੈਕਟਰੀ ਉੱਥੇ ਗਿਆ ਹੋਇਆ ਸੀ। ਹੁਣ ਇਹਦਾ ਰਿਐਕਸ਼ਨ ਭਾਰਤ ਸਰਕਾਰ, ਕਿਉਂਕਿ ਅੱਜ ਇੱਥੇ ਸਵੇਰ ਆ, ਹੌਲੀ ਹੌਲੀ ਦਫ਼ਤਰ ਖੁੱਲਦੇ ਆ, ਕੀ ਸਟ੍ਰੈਟਜੀ ਬਣਾਉਂਦੀ ਆ, ਇਸ ਉੱਤੇ ਕੀ ਜਵਾਬ ਦੇਣਾ ਇਹ ਭਾਰਤ ਸਰਕਾਰ ਨੇ ਦੇਖਣਾ। ਇਸ ਉੱਤੇ ਸੁਬਰਾਮਨਿਅਮ ਜੈ ਸ਼ੰਕਰ, ਜਿਨ੍ਹਾਂ ਨੂੰ S ਜੈ ਸ਼ੰਕਰ ਕਹਿੰਦੇ ਆ, ਉਹ ਕੀ ਰਿਐਕਸ਼ਨ ਦਿੰਦੇ ਨੇ? ਭਾਰਤ ਦੇ ਪ੍ਰਧਾਨ ਮੰਤਰੀ ਬੋਲਦੇ ਵੀ ਆ ਕਿ ਨਹੀਂ ਬੋਲਦੇ, ਜਾਂ ਜਿਹੜਾ ਡਿਪਲੋਮੈਟਿਕ ਸਟਾਫ ਆ ਜਾਂ ਬਦਲੇ ਦੀ ਇਹਨੂੰ ਕਾਰਵਾਈ ਮੰਨਦੇ ਹੋਏ ਕਿਸੇ ਨੂੰ ਇੱਥੋਂ ਐਕਸਪੈਲ ਕੀਤਾ ਜਾਂਦਾ। ਤੁਸੀਂ ਇੱਕ ਚੀਜ਼ ਦੇਖੋ ਵਾਸੂ ਜੀ, ਇਹ ਉਸ ਟਾਈਮ ਹੀ ਪਤਾ ਲੱਗਣ ਲੱਗ ਗਿਆ ਸੀ ਕਿ ਸੰਨ 2020 ਦੇ ਵਿੱਚ ਵੀ ਜਦੋਂ ਜਸਟਿਨ ਟਰੂਡੋ ਆਏ ਸੀ ਤੇ ਇੱਕ ਤਰ੍ਹਾਂ ਦਾ ਉਹਨਾਂ ਦਾ ਬਹੁਤ ਗਰਮਜੋਸ਼ੀ ਦੇ ਨਾਲ ਸਵਾਗਤ ਨਹੀਂ ਸੀ ਕੀਤਾ ਗਿਆ। ਉਹੀ ਇਸ ਤਰ੍ਹਾਂ ਦੇ ਮਾਮਲੇ ਚੱਲਦੇ ਸੀ। ਹੁਣ ਭਾਰਤ ਦਾ ਲਗਾਤਾਰ ਕੀ ਕਹਿਣਾ, ਕਹਿੰਦੇ ਕਿ ਤੁਸੀਂ ਖਾਲਿਸਤਾਨ ਐਲੀਮੈਂਟਸ ਨੂੰ ਇੱਕ ਤਰ੍ਹਾਂ ਦਾ ਉਤਸ਼ਾਹ ਦਿੰਦੇ ਹੋ, ਉਹਨਾਂ ਨੂੰ ਇਨਕਰੇਜ ਕਰਦੇ ਹੋ। ਦੂਸਰੇ ਪਾਸੇ ਕੈਨੇਡੀਅਨ ਗਵਰਨਮੈਂਟ ਜਾਂ ਜਸਟਿਨ ਟਰੂਡੋ ਦਾ ਕੇਵਲ ਇੰਨਾ ਕਹਿਣਾ ਕਿ ਸਾਡੇ ਇੱਥੇ ਬੋਲਣ ਦੀ ਆਜ਼ਾਦੀ ਆ, ਕੋਈ ਵੀ ਗੱਲ ਕਹਿ ਸਕਦਾ, ਪਰ ਅਸੀਂ ਹਿੰਸਾ ਨੂੰ ਕਿਸੇ ਤਰ੍ਹਾਂ ਦਾ ਉਤਸ਼ਾਹਿਤ ਨਹੀਂ ਕਰਦੇ ਜਾਂ ਉਹਨੂੰ ਸਪੋਰਟ ਨਹੀਂ ਕਰਦੇ। ਇਹ ਆਪਸ ਦੇ ਵਿੱਚ ਗੱਲਬਾਤ ਆ। ਪਰ ਇਸ ਦੇ ਨਾਲ ਅੱਛਾ, ਇਹਦੇ ਵਿੱਚ ਮੈਂ ਇਹ ਮਾਮਲਾ ਵੀ ਜੋੜ ਦਿੰਦਾ, ਤੁਸੀਂ ਯਾਦ ਕਰੋ G20 ਦੀ ਹੁਣੇ ਸਮਿਟ ਹੋਈ ਆ, ਕਿਸੇ ਵੀ ਮੁਲਕ ਦੇ ਨਾਲ ਇੰਨੇ ਸਬੰਧ ਖਰਾਬ ਨਹੀਂ ਸੀ ਹੋਏ ਕਿਉਂਕਿ ਜਿਹੜੀ ਜੁਆਇੰਟ ਡੈਕਲੇਰੇਸ਼ਨ ਹੋਈ ਆ ਉਹਦੇ ਵਿੱਚ ਵੀ ਤੁਸੀਂ ਹਾਵ ਭਾਵ ਵੀ ਦੇਖ ਸਕਦੇ ਸੀ, ਉਹਦਾ ਲੱਭੋ ਲਬਾਬ ਜਾਂ ਇਬਾਰਤ ਵੀ ਦੇਖ ਸਕਦੇ ਸੀ। ਉਹਦੇ ਵਿੱਚ ਵੀ ਆਪਸੀ ਸਬੰਧਾਂ ਦੀ ਗੱਲ ਹੋਈ ਸੀ। ਔਰ ਜਹਾਜ਼ ਖਰਾਬ ਹੋਣ ਦੇ ਬਾਵਜੂਦ ਜਦੋਂ ਭਾਰਤ ਨੇ ਆਪਣਾ ਜਹਾਜ਼ ਆਫਰ ਕੀਤਾ ਸੀ, ਜਸਟਿਨ ਟਰੂਡੋ ਨੇ ਉਸ ਨੂੰ ਰਿਫਿਊਜ਼ ਕਰਤਾ ਸੀ। ਇਹ ਵੀ ਲੱਗ ਰਿਹਾ ਸੀ ਕਿ ਇਸ ਮਾਮਲੇ 'ਚ ਆਊਗਾ। ਦੂਸਰੇ ਪਾਸੇ ਭਾਰਤ ਨੂੰ ਹੁਣ ਜੇ ਇਹ ਗੱਲ ਇੰਟਰਨੈਸ਼ਨਲ ਲੈਵਲ ਤੇ ਉੱਠਦੀ ਹੈ ਤੇ ਨਾਲ ਹੀ G20 ਦਾ ਜਿਹੜਾ ਇੰਟਰਨੈਸ਼ਨਲ ਮੀਡੀਆ ਸੀ
ਜਿਸ ਤਰ੍ਹਾਂ ਉਹਨਾਂ ਨੂੰ G20 ਦੇ ਸੰਮੇਲਨ ਦੇ ਦੌਰਾਨ ਦੂਰ ਰੱਖਿਆ ਗਿਆ, ਨੇੜੇ ਨਹੀਂ ਆਉਣ ਦਿੱਤਾ ਗਿਆ, ਇਹ ਚੀਜ਼ਾਂ ਵੀ ਹੁਣ ਉੱਭਰਨਗੀਆਂ। ਭਾਰਤ ਚਾਹੇ ਜਿੰਨਾ ਮਰਜ਼ੀ ਸੈਲੀਬ੍ਰੇਟ ਕਰ ਲੇ ਕਿ ਅਸੀਂ G20 ਸਮਿਟ ਬਹੁਤ ਵਧੀਆ ਕਰਾਤੀ ਆ, ਪਰ ਇੰਟਰਨੈਸ਼ਨਲ ਮੀਡੀਆ ਨੇ ਕਿਹਾ ਕਿ ਇਹਨਾਂ ਚੀਜ਼ਾਂ ਨੂੰ ਜਿਸ ਤਰ੍ਹਾਂ ਦੀ ਸਟੇਟਮੈਂਟ ਬਣਦੀ ਸੀ, ਖਾਸ ਤੌਰ ਤੇ ਰਸ਼ੀਆ ਦੇ ਖਿਲਾਫ, ਰਸ਼ੀਆ ਦੇ ਐਗਰੈਸ਼ਨ ਦੇ ਖਿਲਾਫ, ਯੂਕਰੇਨ ਦਾ, ਉਸ ਚੀਜ਼ ਨੂੰ ਭਾਰਤ ਨੇ ਬਹੁਤ ਡਿਲੂਟ ਕਰਤਾ ਜਿਹੜੀ ਜੁਆਇੰਟ ਸਟੇਟਮੈਂਟ ਆਈ ਸੀ। ਮੈਂ ਇਹ ਸਾਰੇ ਇਸ਼ੂਜ਼ ਤਾਂ ਦੱਸ ਰਿਹਾ ਕਿ ਇਸ ਇਸ਼ੂ ਦੀਆਂ ਕੱਲੀਆਂ ਇੰਟਰਨੈਸ਼ਨਲ ਰੈਮਿਫਿਕੇਸ਼ਨਸ ਬਹੁਤ ਹੋਣ ਜਾ ਰਹੀਆਂ ਨੇ। ਇਸ ਤਰ੍ਹਾਂ ਦੇ ਸਬੰਧ ਜਦੋਂ ਡਿਪਲੋਮੈਟਸ ਨੂੰ ਐਕਸਪੈਲ ਕਰਨਾ ਸ਼ੁਰੂ ਕਰ ਦਿੱਤਾ ਜਾਵੇ, ਕੇਵਲ ਭਾਰਤ ਦੇ ਅੱਜ ਤੱਕ ਕੇਵਲ ਪਾਕਿਸਤਾਨ ਨਾਲ ਹੋਏ ਆ। ਚਾਈਨਾ ਨੇ ਪਿਛਲੇ ਦਿਨਾਂ ਦੇ ਵਿੱਚ ਅਰੁਣਾਚਲ ਪ੍ਰਦੇਸ਼ ਨੂੰ ਲੈ ਕੇ ਜਾਂ ਐਗਰੈਸ਼ਨ ਵੀ ਕੀਤਾ, ਪਰ ਚਾਈਨਾ ਦੇ ਨਾਲ ਵੀ ਭਾਰਤ ਨੇ ਆਪਣੇ ਸਬੰਧ ਨਹੀਂ ਵਿਗਾੜੇ, ਇਹ ਵੀ ਆਪਾਂ ਨੂੰ ਪਤਾ। ਸੋ ਦੇਖਦੇ ਆ ਕਿ ਭਾਰਤ ਦਾ ਇਸ ਦੇ ਉੱਤੇ ਅਧਿਕਾਰਿਕ ਰਿਐਕਸ਼ਨ ਕੀ ਆਉਂਦਾ, ਕਿਉਂਕਿ ਹਜੇ ਤੱਕ ਜਿਸ ਤਰ੍ਹਾਂ ਦੀ ਜੁਆਇੰਟ ਸਟੇਟਮੈਂਟ ਕੀ ਹੈ, ਕਿਉਂਕਿ ਸੋਰਸਿਸ ਦੇ ਹਵਾਲੇ ਨਾਲ, ਸੂਤਰਾਂ ਦੇ ਹਵਾਲੇ ਨਾਲ ਗੱਲ ਕੀਤੀ ਜਾ ਰਹੀ ਆ ਕਿ ਕੋਈ ਗੱਲ ਨਹੀਂ, ਅਸੀਂ ਇਸ ਤੇ ਦੇਖਾਂਗੇ ਜਾਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ, ਜਾਂ ਭਾਰਤ ਇਹਦੇ ਵਿੱਚ ਨਹੀਂ ਸ਼ਾਮਲ ਆ। ਪਰ ਬਾਰ-ਬਾਰ ਇਹ ਹਮੇਸ਼ਾ ਹੀ ਗੱਲਾਂ ਉੱਠਦੀਆਂ ਆ ਰਹੀਆਂ ਨੇ, ਔਰ ਮੈਨੂੰ ਲੱਗਦਾ ਹੁਣ ਉਸ ਮੋੜ ਤੇ ਪਹੁੰਚ ਗਿਆ ਨੇ ਜਿੱਥੇ ਇਸ ਉੱਤੇ ਬੜੀ ਸੰਜੀਦਗੀ ਨਾਲ ਗੱਲਬਾਤ ਹੋਏਗੀ, ਔਰ ਦੇਖਦੇ ਆ ਕਿ ਜਿਹੜੇ ਬਾਕੀ ਮੁਲਕ ਨੇ, ਜਿਸ ਤਰ੍ਹਾਂ US ਆ, UK ਆ, ਫਰਾਂਸ ਆ, ਜਰਮਨੀ ਆ, ਜਾਪਾਨ ਆ, ਉਹ ਇਸ ਤੇ ਕਿਸ ਤਰ੍ਹਾਂ ਰਿਐਕਟ ਕਰਦੇ ਨੇ। ਜੀ ਵਾਸੂ ਜੀ। ਮਨਪ੍ਰੀਤ ਜੀ, ਪੰਜਾਬ ਦੇ ਵਿੱਚ ਗੈਂਗਸਟਰਾਂ ਦੇ ਹੌਸਲੇ ਕਿਵੇਂ ਬੁਲੰਦ ਹੁੰਦੇ ਜਾਂਦੇ ਨੇ, ਉਹਦੀ ਇੱਕ ਮਿਸਾਲ ਮੋਗਾ ਨੇੜਿਓਂ ਸਾਹਮਣੇ ਆਈ ਹੈ। ਕਾਂਗਰਸ ਦੇ ਬਲਾਕ ਪ੍ਰੈਜ਼ੀਡੈਂਟ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਵਾਕਿਆ ਆਪਣੇ ਆਪ ਦੇ ਵਿੱਚ ਤੁਸੀਂ ਦੇਖੋ, ਇਹ ਲਗਾਤਾਰ ਜਿਹੜੀ ਡਿਟੀਰੀਓਰੇਟ ਹੋ ਰਹੀ ਆ ਲਾਅ ਐਂਡ ਆਰਡਰ, ਜਿਹਨੂੰ ਆਪਾਂ ਕਹਿੰਦੇ ਆ ਕਿ ਜਿਹੜੀ ਅਮਨ ਕਾਨੂੰਨ ਦੀ ਸਥਿਤੀ ਆ, ਉਹ ਬਹੁਤ ਮਾੜੀ ਹੋ ਰਹੀ ਆ। ਇਹ ਅਜੀਤਵਾਲ ਵੈਸੇ ਕਹਿ ਦਿੰਦੇ ਆ, ਵੈਸੇ ਆਮ ਤੌਰ ਤੇ ਭਾਸ਼ਾ ਦੇ ਵਿੱਚ ਜਿੱਤਵਾਲ ਵੀ ਕਹਿ ਦਿੰਦੇ ਆ। ਮੋਗੇ ਔਰ ਜਗਰਾਉਂ ਦੇ ਦਰਮਿਆਨ ਦੇ ਵਿੱਚ ਇੱਕ ਛੋਟਾ ਜਿਹਾ ਕਸਬਾ ਪੈਂਦਾ, ਉੱਥੋਂ ਦੇ ਇਹ ਬਲਾਕ ਦੇ ਪ੍ਰੈਜ਼ੀਡੈਂਟ ਸੀ ਬਲਜਿੰਦਰ ਸਿੰਘ ਉਰਫ ਬੱਲੀ। ਇਹਨਾਂ ਨੂੰ ਇਹਨਾਂ ਦੇ ਘਰ ਦੇ ਵਿੱਚ ਕੁਝ ਅਣਪਛਾਤੇ ਲੋਕ ਆਏ, ਉਹਨਾਂ ਨੇ ਗੋਲੀਆਂ ਮਾਰ ਕੇ ਇਹਨਾਂ ਦਾ ਕਤਲ ਕਰ ਦਿੱਤਾ। ਔਰ ਉਸ ਤੋਂ ਬਾਅਦ ਤੁਸੀਂ ਦੇਖੋ, ਅਰਸ਼ ਡੱਲਾ ਨਾਮ ਦੇ ਇੱਕ ਗੈਂਗਸਟਰ ਨੇ ਇਸ ਦੀ ਜ਼ਿੰਮੇਵਾਰੀ ਚੱਕੀ ਹੈ। ਕਹਿੰਦੇ ਅਸੀਂ ਮਾਰਿਆ ਕਿਉਂਕਿ ਮੇਰੀ ਮਾਂ ਨੂੰ ਇੱਕ ਹਫ਼ਤੇ ਦੇ ਵੱਲੋਂ ਜਾਂ ਇੱਕ ਹਫ਼ਤੇ ਦੇ ਵਿੱਚ ਇਹਨਾਂ ਨੇ ਰੱਖਿਆ ਸੀ ਇੱਕ ਡਿਟੈਂਸ਼ਨ ਸੈਂਟਰ ਦੇ ਵਿੱਚ, ਇਹਨਾਂ ਦੀ ਇਨਫੋਰਮੇਸ਼ਨ ਤੇ ਮੈਂ ਬਲਜਿੰਦਰ ਸਿੰਘ ਬੱਲੀ ਜੀ ਦਾ ਕਤਲ ਕਰ ਦਿੱਤਾ ਗਿਆ। ਉਸ ਤੇ ਉਹ ਇਲਜ਼ਾਮ ਲਾ ਰਿਹਾ ਕਿਉਂਕਿ ਇਸ ਕਰਕੇ ਮੇਰੀ ਮਾਂ ਹਫ਼ਤੇ ਲਈ ਅੰਦਰ ਗਈ ਸੀ, ਉਹਨੂੰ ਇੱਕ ਤਰ੍ਹਾਂ ਕਹਿ ਸਕਦੇ ਹੋ ਟਾਰਚਰ ਕੀਤਾ ਜਾਂ ਜੋ ਵੀ ਕੁਝ ਹੋਇਆ। ਸੋ ਇਹਨਾਂ ਸਾਰੀਆਂ ਚੀਜ਼ਾਂ ਤੋਂ ਇੱਕ ਚੀਜ਼ ਪਤਾ ਲੱਗਦਾ ਕਿ ਪੰਜਾਬ ਦੇ ਵਿੱਚ ਗੈਂਗਸਟਰ ਦਾ, ਜਿਸ ਤਰ੍ਹਾਂ ਤੁਸੀਂ ਵੀ ਗੱਲ ਕਹੀ ਆ, ਉਹਨਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਖੌਫ ਨਹੀਂ, ਕੋਈ ਸਹਿਮ ਨਹੀਂ, ਕਾਨੂੰਨ ਦਾ ਡਰ ਨਹੀਂ। ਜੋ ਮਰਜ਼ੀ ਜਿਸ ਮਰਜ਼ੀ ਕਿਸੇ ਨੂੰ ਵੀ ਗੋਲੀਆਂ ਮਾਰ ਕੇ ਕਤਲ ਕਰ ਦੋ। ਮੈਨੂੰ ਲੱਗਦਾ ਅੱਜ ਆਪੋਜੀਸ਼ਨ ਜਾਂ ਜਿਹੜੀਆਂ ਵਿਰੋਧੀ ਪਾਰਟੀਆਂ, ਉਹ ਤਾਂ ਇਸ ਮਸਲੇ ਨੂੰ ਚੁੱਕਣਗੀਆਂ, ਪਰ ਆਮ ਲੋਕਾਂ ਦੇ ਵਿੱਚ ਕਿਸ ਤਰ੍ਹਾਂ ਸਹਿਮ ਜਾਂ ਡਰ ਫੈਲਦਾ, ਉਹ ਤੁਸੀਂ ਆਪ ਹੀ ਅੰਦਾਜ਼ਾ ਲਾ ਸਕਦੇ ਹੋ ਕਿ ਕਿਸ ਤਰ੍ਹਾਂ ਇਸ ਚੀਜ਼ ਨੂੰ ਕੰਟਰੋਲ ਕਰਨਾ ਬਹੁਤ ਲਾਜ਼ਮੀ ਹੋ ਗਿਆ। ਜੀ ਵਾਸੂ ਜੀ। ਮਨਪ੍ਰੀਤ ਜੀ, ਹੁਣ ਆਮਦਨ ਨਾਲੋਂ ਜ਼ਿਆਦਾ ਜਾਇਦਾਦ ਹੋਣ ਦੇ ਮਾਮਲੇ ਵਿੱਚ ਸਾਬਕਾ MLA ਸਤਕਾਰ ਕੌਰ ਤੇ ਉਹਨਾਂ ਦੇ ਪਤੀ ਨੂੰ ਵਿਜੀਲੈਂਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਜੀ। ਬਿਲਕੁਲ, ਇਹ ਕਾਂਗਰਸ ਦੇ MLA ਸੀ ਫਿਰੋਜ਼ਪੁਰ ਰੂਰਲ ਤੋਂ, ਸਤਕਾਰ ਕੌਰ ਇਹਨਾਂ ਦੇ ਪਤੀ, ਇਹਨਾਂ ਦੋਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਔਰ ਇਹਦੀ ਜਿਹੜੀ ਜਾਂਚ ਸੀ ਉਹ ਜਨਵਰੀ ਸਨ 2022 ਤੋਂ ਹੀ ਚੱਲ ਰਹੀ ਸੀ। ਕਾਫੀ ਜਦੋਂ ਉਹ ਕੀਤੀ ਗਈ ਵਿਜੀਲੈਂਸ ਬਿਊਰੋ ਦਾ ਇਹ ਦਾਵਾ, ਔਰ ਉਸ ਤੋਂ ਬਾਅਦ ਪਾਇਆ ਗਿਆ ਕਿ ਜਿਹੜੇ ਇਹਨਾਂ ਦੇ ਨੋਨ ਸੋਰਸਿਸ ਆਫ ਇਨਕਮ ਨੇ, ਜਿਨ੍ਹਾਂ ਤੋਂ ਇਹਨਾਂ ਨੂੰ ਜਾਇਦਾਦ ਆਉਂਦੀ ਹੈ ਜਾਂ ਜਿਹੜੀ ਇਨਕਮ ਆਉਂਦੀ ਆ, ਉਹ ਕੇਵਲ 1 ਕਰੋੜ ਤੇ 60 ਲੱਖ ਦੇ ਕਰੀਬ ਨੇ, ਜਦਕਿ ਇਹਨਾਂ ਦਾ ਖਰਚਾ 4.5 ਕਰੋੜ ਦੇ ਕਰੀਬ ਦੱਸਿਆ ਜਾਂਦਾ। ਸੋ ਇਸ ਕਰਕੇ ਇਹਦੇ ਵਿੱਚ ਆਪਸ ਦੇ ਵਿੱਚ ਬਹੁਤ ਫਰਕ ਆ। ਦੋਨਾਂ ਨੂੰ ਗ੍ਰਿਫਤਾਰ ਕਰਕੇ ਹੁਣ ਇਸ ਦੀ ਤਫਤੀਸ਼ ਸ਼ੁਰੂ ਕੀਤੀ ਗਈ ਹੈ। ਜੀ ਵਾਸੂ ਜੀ। ਮਨਪ੍ਰੀਤ ਜੀ, ਪਾਣੀਆਂ ਦੇ ਮਸਲੇ ਤੇ ਅੰਮ੍ਰਿਤਸਰ ਦੇ ਵਿੱਚ 26 ਤਰੀਕ ਨੂੰ ਇੱਕ ਬੜੀ ਅਹਿਮ ਮੀਟਿੰਗ ਹੋਣ ਜਾ ਰਹੀ ਹੈ ਤੇ ਅਮਿਤ ਸ਼ਾਹ ਦੀ ਅਗਵਾਈ ਕਰਨਗੇ। ਜੀ, ਤੁਹਾਨੂੰ ਯਾਦ ਹੋਣਾ ਕਿ ਇਸ ਤਰ੍ਹਾਂ ਦੀ ਬੈਠਕ ਜੈਪੁਰ ਦੇ ਵਿੱਚ ਹੋਈ ਸੀ, ਜਦੋਂ ਸਾਡੇ ਇੱਥੋਂ ਦੇ ਪੰਜਾਬ ਦੇ 2 ਮੰਤਰੀ ਗਏ ਸੀ, ਹਰਪਾਲ ਸਿੰਘ ਚੀਮਾ ਤੇ ਇਸੇ ਤਰ੍ਹਾਂ ਹਰਜੋਤ ਸਿੰਘ ਬੈਂਸ। ਉੱਥੇ ਜਾ ਕੇ ਇਹਨਾਂ ਨੇ ਪਾਣੀਆਂ ਤੇ ਇੱਕ ਟ੍ਰਿਬਿਊਨਲ ਦੀ ਮੰਗ ਕੀਤੀ ਸੀ ਤੇ ਦੋਨਾਂ ਦੀ ਬੜੀ ਆਲੋਚਨਾ ਹੋਈ ਸੀ। ਆਲੋਚਨਾ ਵਾਸੂ ਜੀ ਇਸ ਕਰਕੇ ਹੋਈ ਸੀ ਕਿਉਂਕਿ ਇੱਕ ਜਿਹੜਾ ਟ੍ਰਿਬਿਊਨਲ ਹੁੰਦਾ 2 ਰਾਈਪੇਰੀਅਨ ਸਟੇਟਸ ਦੇ ਵਿੱਚ ਹੁੰਦਾ। ਰਾਈਪੇਰੀਅਨ ਸਟੇਟਸ ਮਤਲਬ ਕਿ ਜਿੱਥੋਂ ਦਰਿਆ ਵਗਦੇ ਹੋਣ। ਨਾ ਤਾਂ ਹਰਿਆਣੇ ਦੇ ਵਿੱਚ ਇਹ ਦਰਿਆ ਲੰਘਦੇ ਨੇ ਤੇ ਨਾ ਹੀ ਇਹ ਰਾਜਸਥਾਨ ਦੇ ਵਿੱਚ ਲੰਘਦੇ ਨੇ। ਸੋ ਇਸ ਕਰਕੇ ਇਹਨਾਂ ਦੀ ਆਲੋਚਨਾ ਹੋਈ ਸੀ। ਹੁਣ 26 ਤਰੀਕ ਨੂੰ ਫੇਰ ਅਮਿਤ ਸ਼ਾਹ ਜਿਹੜੇ ਭਾਰਤ ਦੇ ਗ੍ਰਹਿ ਮੰਤਰੀ ਨੇ, ਉਹ ਇਸ ਦੀ ਅਗਵਾਈ ਅੰਮ੍ਰਿਤਸਰ ਦੇ ਵਿੱਚ 26 ਨੂੰ ਬੈਠਕ ਹੋ ਰਹੀ ਆ। ਕਿ ਹੁਣ ਆਪਣਾ ਪੁਖਤਾ ਢੰਗ ਦੇ ਨਾਲ ਇਹ ਕੇਸ ਰੱਖ ਪਾਉਣਗੇ ਜਾਂ ਪੰਜਾਬ ਸਰਕਾਰ ਰੱਖ ਪਾਊਗੀ, ਇਸ ਉੱਤੇ ਸਾਰਿਆਂ ਦੀ ਨਜ਼ਰ ਰਹੇਗੀ। ਤੁਹਾਨੂੰ ਪਤਾ ਹੀ ਹੈ ਕਿ ਪਾਣੀ ਦਾ ਮਸਲਾ ਬਹੁਤ ਦੇਰ ਤੋਂ ਚੱਲ ਰਿਹਾ, ਪਰ ਇਸ ਦਾ ਕੋਈ ਹੱਲ ਨਹੀਂ ਨਿਕਲਿਆ। ਔਰ ਕੇਂਦਰ ਸਰਕਾਰਾਂ ਦੀ ਭੂਮਿਕਾ ਇਹਦੇ ਵਿੱਚ ਕੋਈ ਬਹੁਤ ਜ਼ਿਆਦਾ ਵਧੀਆ ਨਹੀਂ ਰਹੀ। ਤੇ ਜੇ ਵਾਕਿਆ ਕੋਈ ਡਿਸਾਈਸਿਵ ਹੋਵੇ ਕਿ ਕਿਹਨਾਂ ਦਾ ਹੱਕ ਬਣਦਾ,
ਕਿਹਨਾਂ ਦਾ ਰਾਈਟ ਬਣਦਾ ਤੇ ਸ਼ਾਇਦ ਇਸ ਮਸਲੇ ਦਾ ਕੋਈ ਹੱਲ ਹੋ ਸਕੇ। ਜੀ ਵਾਸੂ ਜੀ। ਤੇ ਮਨਪ੍ਰੀਤ ਜੀ, ਅਰਵਿੰਦ ਕੇਜਰੀਵਾਲ ਪੰਜਾਬ ਆਏ ਸੀ 14 ਤਰੀਕ ਨੂੰ ਅੰਮ੍ਰਿਤਸਰ ਦੇ ਵਿੱਚ ਉਹਨਾਂ ਦੀ ਵਪਾਰੀਆਂ ਦੇ ਨਾਲ ਇੱਕ ਮੀਟਿੰਗ ਹੋਈ ਸੀ। ਹੁਣ ਖਬਰਾਂ ਆ ਰਹੀਆਂ ਨੇ ਕਿ ਉਹਨਾਂ ਵਪਾਰੀਆਂ ਨੂੰ ਡੀਸੀ ਵੱਲੋਂ ਤੇ ਪੁਲਿਸ ਕਮਿਸ਼ਨਰ ਵੱਲੋਂ ਟ੍ਰੇਨਿੰਗ ਦਿੱਤੀ ਗਈ ਸੀ ਵੀ ਕਿਹੜੀਆਂ ਗੱਲਾਂ ਕਹਿਣੀਆਂ, ਕਿਹੜੀਆਂ ਗੱਲਾਂ ਨਹੀਂ ਕਹਿਣੀਆਂ। ਬਿਲਕੁਲ ਤੁਹਾਡੀ ਗੱਲ ਠੀਕ ਹੈ। ਤੁਸੀਂ ਦੇਖੋ ਕਿ ਇੱਥੋਂ ਇਹ ਵੀ ਪਤਾ ਲੱਗਦਾ ਕਿ ਆਮ ਆਦਮੀ ਪਾਰਟੀ ਕਿੰਨੀ ਡਰੀ ਹੋਈ ਆ। ਪਹਿਲਾਂ ਤਾਂ ਅਧਿਆਪਕਾਂ ਦੀਆਂ ਡਿਊਟੀਆਂ ਲਾ ਕੇ ਉਹਨਾਂ ਨੂੰ ਕਿਹਾ ਕਿ ਬੱਸਾਂ ਭਰ ਕੇ ਉੱਥੇ ਲੈ ਕੇ ਜਾਓ ਵੈਨਿਊ ਤੇ, ਆਪਾਂ ਅਸੀਂ ਸਕੂਲ ਆਫ ਐਮਿਨੈਂਸ ਦਾ ਉਦਘਾਟਨ ਕਰਨਾ। ਉਸ ਤੋਂ ਬਾਅਦ ਜਿਹੜੀ ਅਹਿਮ ਚੀਜ਼ ਸੀ, ਜਿਹੜੀ 3 ਦਿਨਾਂ ਦੀ ਫੇਰੀ ਦੇ ਦੌਰਾਨ ਅਰਵਿੰਦ ਕੇਜਰੀਵਾਲ ਨੇ ਕਰਨੀ ਸੀ, ਉਹ ਸੀ ਸਨਅਤਕਾਰਾਂ ਦੇ ਨਾਲ ਜਾਂ ਬਿਜ਼ਨਸ ਕਮਿਊਨਿਟੀ ਦੇ ਨਾਲ ਬੈਠਕਾਂ ਕਰਨੀਆਂ, ਉਹਨਾਂ ਦੇ ਨਾਲ ਮਿਲਣੀ ਕਰਨੀ। ਇਹ ਪਹਿਲੀ ਮਿਲਣੀ ਸੀ ਅੰਮ੍ਰਿਤਸਰ ਦੇ ਵਿੱਚ, ਉੱਥੋਂ ਦਾ ਤਾਜ ਸਵਰਨਾ ਹੋਟਲ ਸੀ, ਉੱਥੇ ਹੋਣੀ ਸੀ। ਪਰ 4 ਜਿਹੜੇ ਵਿਅਕਤੀ ਸੀ ਇਸ ਸਨਅਤਕਾਰ ਜਾਂ ਬਿਜ਼ਨਸ ਕਮਿਊਨਿਟੀ ਦੇ ਪ੍ਰੈਜ਼ੀਡੈਂਟ ਸੀ ਵੱਖਰੀਆਂ ਵੱਖਰੀਆਂ ਐਸੋਸੀਏਸ਼ਨ ਦੇ, ਉਹਨਾਂ ਨੂੰ ਪਹਿਲਾਂ ਟਿਊਟਰ ਕੀਤਾ ਗਿਆ, ਉਹਨਾਂ ਨੂੰ ਪੜ੍ਹਾਇਆ ਲਿਖਾਇਆ ਗਿਆ। ਕਿਹਨਾਂ ਵੱਲੋਂ? ਇਹ ADGP ਨੇ, ਲੌ ਨਿਹਾਲ ਸਿੰਘ, ਇਹ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਨੇ, ਤੇ ਨਾਲ ਹੀ ਉੱਥੋਂ ਦੇ DC ਨੇ ਅਮਿਤ ਤਲਵਾਰ। ਇਹਨਾਂ ਨੇ ਬਿਠਾ ਕੇ ਸਮਝਾਇਆ, ਇਹਨਾਂ ਦੇ ਨਾਲ ਮਿੱਠੀਆਂ ਮਿੱਠੀਆਂ ਗੱਲਾਂ ਕੀਤੀਆਂ। ਕਹਿੰਦੇ ਵੀ ਉੱਥੇ ਜਾ ਕੇ ਸਰਕਾਰ ਦੇ ਖਿਲਾਫ ਨਾ ਕੁਝ ਬੋਲਿਓ, ਪਰ ਫਿਰ ਵੀ ਇਸ ਦੇ ਬਾਵਜੂਦ ਇਹਨਾਂ ਚੋਂ ਕੁਝ ਜਿਹੜੇ ਸੀਗੇ ਉਹਨਾਂ ਨੇ ਜ਼ਰੂਰ ਦੱਸਤਾ ਕਿ ਪੰਜਾਬ ਦਾ ਜਿਹੜਾ ਮਾਹੌਲ ਆ ਉਹ ਜ਼ਿਆਦਾਤਰ ਪੁਲਿਸ ਨੇ ਖਰਾਬ ਕੀਤਾ ਹੋਇਆ। ਪੁਲਿਸ ਦਾ ਜਿਹੜਾ ਬਿਹੇਵੀਅਰ ਆ ਟੂਵਰਡਸ ਬਿਜ਼ਨਸ ਕਮਿਊਨਿਟੀ, ਸਨਅਤਕਾਰਾਂ ਦੇ ਪ੍ਰਤੀ ਚੰਗਾ ਹੋਣਾ ਚਾਹੀਦਾ, ਤਦੇ ਉਹ ਆਪਣਾ ਕੰਮ ਚੰਗੀ ਤਰ੍ਹਾਂ ਕਰ ਸਕਣਗੇ, ਤਦੇ ਕੋਈ ਇੱਥੇ ਇਨਵੈਸਟਮੈਂਟਸ ਹੋਣਗੀਆਂ। ਜੇ ਇਸੇ ਤਰ੍ਹਾਂ ਦਾ ਡਰ ਦਾ ਮਾਹੌਲ ਬਣਿਆ ਰਿਹਾ ਤੇ ਇੱਥੇ ਕੋਈ ਵੀ ਬਿਜ਼ਨਸ ਕਮਿਊਨਿਟੀ ਵੱਧ ਫੁੱਲ ਨਹੀਂ ਸਕਦੀ। ਇਸ ਨੂੰ ਕਿਰਪਾ ਕਰਕੇ ਇਸ ਉੱਤੇ ਧਿਆਨ ਦਿਓ। ਸੋ ਕਿੰਨਾ ਕੁ ਧਿਆਨ ਦਿੰਦੇ ਨੇ ਇਹ ਤਾਂ ਖੈਰ ਆਉਣ ਵਾਲਾ ਸਮਾਂ ਹੀ ਦੱਸੇਗਾ। ਜੀ ਵਾਸੂ ਜੀ। ਤੇ ਮਨਪ੍ਰੀਤ ਜੀ, ਜਿਹੜੇ ਕੇਂਦਰੀ ਸਰਕਾਰ ਵੱਲੋਂ ਪੰਜਾਬ ਦੀ ਰੂਰਲ ਡਿਵੈਲਪਮੈਂਟ ਫੰਡਿੰਗ ਬਲੌਕ ਕੀਤੀ ਗਈ ਸੀ, ਉਸ ਮਾਮਲੇ ਦੀ ਸੁਣਵਾਈ ਹੁਣ 25 ਤਰੀਕ ਨੂੰ ਸੁਪਰੀਮ ਕੋਰਟ ਸ਼ੁਰੂ ਹੋ ਰਹੀ ਹੈ। ਬਿਲਕੁਲ, ਤੁਸੀਂ ਦੇਖੋ 11 ਜੁਲਾਈ ਨੂੰ ਇਹ ਮਾਮਲਾ ਸੁਪਰੀਮ ਕੋਰਟ ਦੇ ਵਿੱਚ ਉਦੋਂ ਦਾਇਰ ਕਰਨਾ ਪਿਆ ਜਦੋਂ ਜਦੋਂ ਕੇਂਦਰ ਸਰਕਾਰ ਨੇ ਉਹ ਜਿਹੜੇ ਰੂਰਲ ਡਿਵੈਲਪਮੈਂਟ ਫੰਡ ਸੀ, ਜਿਹੜੇ ਪੇਂਡੂ ਵਿਕਾਸ ਡਿਵੈਲਪਮੈਂਟ ਦੇ ਜਾਂ ਤਰੱਕੀ ਦੇ ਵਿਕਾਸ ਦੇ ਫੰਡ ਹੁੰਦੇ ਆ, ਉਹ ਨਹੀਂ ਰਿਲੀਜ਼ ਕੀਤੇ ਜਾ ਰਹੇ ਸੀ। 36 ਤੋਂ 3700 ਕਰੋੜ ਦੇ ਫੰਡ ਨੇ, ਔਰ ਜਿਨ੍ਹਾਂ ਦੇ ਨਾਲ ਲਿੰਕ ਰੋਡਸ ਬਣਦੀਆਂ ਨੇ, ਰੂਰਲ ਡਿਸਪੈਂਸਰੀਜ਼ ਬਣਦੀਆਂ ਨੇ, ਮੰਡੀਆਂ ਦਾ ਰੱਖ ਰਖਾਵ ਹੁੰਦਾ, ਇਹ ਸਾਰੇ ਸਰਕਾਰ ਪੈਸੇ ਉੱਥੇ ਲਾਉਂਦੀ ਆ। ਸਰਕਾਰ ਦਾ ਮੰਨਣਾ ਕਿ ਸਾਡੇ ਉਹ ਸਾਰੇ ਕੰਮ ਰੁਕੇ ਪਏ ਆ, ਇਸੇ ਕਰਕੇ ਉਹਨਾਂ ਨੇ ਸੁਪਰੀਮ ਕੋਰਟ ਦਾ ਰੁਖ ਕੀਤਾ ਸੀ। ਹੁਣ ਕੀ ਹੁੰਦਾ ਉੱਥੇ 25 ਸਤੰਬਰ ਨੂੰ ਅਗਲੀ ਸੁਣਵਾਈ ਹੈ ਸੁਪਰੀਮ ਕੋਰਟ ਦੇ ਵਿੱਚ। ਪੰਜਾਬ ਦੇ ਐਡਵੋਕੇਟ ਜਨਰਲ ਵਿਨੋਦ ਘਈ ਦਾ ਫਰਜ਼ ਬਣਦਾ। ਵੈਸੇ ਅੱਜ ਕੱਲ ਖਬਰਾਂ ਇਹ ਚੱਲ ਰਹੀਆਂ ਨੇ ਕਿ ਸ਼ਾਇਦ ਇਹਨਾਂ ਨੂੰ ਹਟਾਇਆ ਜਾ ਰਿਹਾ ਕਿ ਕਿਉਂਕਿ ਇਸ ਤੋਂ ਪਹਿਲਾਂ ਨਾ ਹਾਈ ਕੋਰਟ ਦੇ ਵਿੱਚ ਨਾ ਸੁਪਰੀਮ ਕੋਰਟ ਦੇ ਵਿੱਚ ਸਰਕਾਰ ਆਪਣਾ ਪੱਖ ਇਹਨਾਂ ਕੇਸਿਸ ਦੇ ਜ਼ਰੀਏ ਕੋਈ ਵਧੀਆ ਰੱਖ ਪਾਈ ਆ, ਔਰ ਹਰੇਕ ਕੇਸ ਦੇ ਉੱਤੇ ਕਾਫੀ ਇਹਨਾਂ ਨੂੰ ਫਜ਼ੀਅਤ ਦਾ ਸਾਹਮਣਾ ਕਰਨਾ ਪਿਆ। ਪਰ ਦੇਖਦੇ ਆ ਕਿ 25 ਸਤੰਬਰ ਨੂੰ ਕੀ ਬਾਹਰੋਂ ਵਕੀਲ ਹਾਇਰ ਕੀਤੇ ਜਾਂਦੇ ਨੇ ਜਾਂ ਕੋਈ ਸੀਨੀਅਰ ਵਕੀਲ ਹਾਇਰ ਕੀਤੇ ਜਾਂਦੇ ਨੇ ਤਾਂ ਕਿ ਕੇਂਦਰ ਸਰਕਾਰ ਇਹ ਪੈਸਾ ਪੰਜਾਬ ਸਰਕਾਰ ਨੂੰ ਤੁਰੰਤ ਰਿਲੀਜ਼ ਕਰੇ। ਜੀ ਵਾਸੂ ਜੀ। ਮਨਪ੍ਰੀਤ ਜੀ, ਇਹਨਾਂ ਸਾਰੀਆਂ ਖਬਰਾਂ ਲਈ, ਇਹ ਸਾਰੀ ਗੱਲਬਾਤ ਲਈ ਤੁਹਾਡਾ ਬਹੁਤ ਧੰਨਵਾਦ ਜੀ। ਕੱਲ ਫਿਰ ਗੱਲਬਾਤ ਹੋਏਗੀ। ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਵਾਸੂ ਜੀ।